ਆਸਟ੍ਰੇਲੀਆ ਲੈ ਚਲਦੇ ਹਾਂ। ਮੈਲਬਨ ਦੇ ਵਿੱਚ ਵੀ ਕਿਉਂਕਿ ਸਖਤੀਆਂ ਦਾ ਦੌਰ ਜਾਰੀ ਹੈ, ਉਸ ਬਾਵਜੂਦ ਰਮਜ਼ਾਨ ਦਾ ਮਹੀਨਾ ਹੈ, ਸੋ ਮੁਸਲਿਮ ਭਾਈਚਾਰਾ ਰਮਜ਼ਾਨ ਦੇ ਤਿਉਹਾਰ ਨੂੰ ਕਿੱਦਾਂ ਮਨਾਏਗਾ, ਵਰਤ ਰੱਖਣ ਦੇ ਵਿੱਚ ਕਿੰਨੀ ਕੁ ਔਖ ਮਹਿਸੂਸ ਹੋਏਗੀ, ਇਸ ਸੰਬੰਧੀ ਸਾਡੀ ਸਹਿਯੋਗੀ ਗਗਨ ਬਾਮਰਾ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ। रमजान का महीना जी और पहला तो अपने मुस्लिम भैन भरावां नूं बहुत बहुत मुबारकां इस महीने दियां। लेकिन इस बार कुछ थोड़ा जिहा डिफरेंट हो रहा है कोविड-19 करके बहुत सारिया रिस्ट्रिक्शंस भी ने ते साडे नाल इस बारे गलबात करन लई कि इन्हां रिस्ट्रिक्शंस दे विच भी है किस तरीके दे नाल महीना या अपने वर्त रखे जांदे ने, उन्हां नाल गलबात करन लई साडे नाल ने इम्तियाज जी। सो इम्तियाज जी पहला तां तुहानूं बहुत बहुत मुबारकां रमजान दे महीने दियां। बहुत शुक्रिया, ਤੁਹਾਡੀ बड़ी मेहरबानी है कि ਤੁਸੀਂ ਮੈਨੂੰ ਇਨਵਾਈਟ भी ਕੀਤਾ और बहुत बहुत खैर मुबारक। ਹੁਣ ਰਮਜ਼ਾਨ ਦਾ ਮਹੀਨਾ, ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ ਮੈਂ ਸਿਰਫ ਇੰਨਾ ਕੁ ਪੁੱਛਣਾ ਚਾਹਾਂਗੀ ਕਿ ਕਿੰਨਾ ਕੁ ਕੰਪਲਸਰੀ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਵਰਤ ਰੱਖਣਾ ਅਕੋਰਡਿੰਗ ਟੂ ਤੁਹਾਡੇ ਰਿਲੀਜਨ ਦੇ ਅਕੋਰਡਿੰਗ? ਅਗਰ ਤੁਸੀਂ तमाम ਵੱਡੇ ਵੱਡੇ ਜਿਹੜੇ ਰਿਲੀਜਨ ਨੇ ਅਗਰ ਉਹਨਾਂ ਨੂੰ ਦੇਖੋ ਤੇ ਤੁਸੀਂ ਅਗਰ ਦੇਖੋਗੇ ਕਿ ਹਰ ਮਜ਼ਹਬ 'ਚ ਇਹ ਜਿਹੜਾ ਰੋਜ਼ਾ ਔਰ ਇਹ ਵਰਤ ਰੱਖਣਾ ਇਹ ਤੁਸੀਂ ਦੇਖੋਗੇ ਕਿ ਹਰ ਮਜ਼ਹਬ 'ਚ ਇਹ ਪਾਇਆ ਜਾਂਦਾ ਹੈ। ਉਹਦੀ ਸ਼ਕਲਾਂ ਥੋੜ੍ਹੀਆਂ ਮੁਖਤਲਿਫ ਨੇ, ਲੇਕਿਨ ਜਿਹੜਾ ਇਸਲਾਮ 'ਚ ਅਸੀਂ ਜਿਹੜਾ ਰੋਜ਼ੇ ਦਾ ਹੈ ਉਹਦੇ ਵਿੱਚ ਦੋ ਕਿਸਮ ਦੇ ਰੋਜ਼ੇ ਨੇ। ਇੱਕ ਨਫਲੀ ਰੋਜ਼ੇ ਹੁੰਦੇ ਨੇ ਔਰ ਇੱਕ ਹੁੰਦੇ ਨੇ ਓਬਲੀਗੇਟਰੀ ਜਿਹੜੇ ਫਰਜ਼ ਰੋਜ਼ੇ ਹੁੰਦੇ ਨੇ। ਔਰ ਜਿਹੜਾ ਰਮਜ਼ਾਨ ਹੈ ਇਹ ਵੀ ਫਰਜ਼ ਰੋਜ਼ਿਆਂ 'ਚ ਹੀ ਇਹਦਾ ਸ਼ੁਮਾਰ ਹੁੰਦਾ ਹੈ। ਔਰ ਹਰ ਮੁਸਲਮਾਨ ਚਾਹੇ ਉਹ ਔਰਤ ਹੈ ਵੱਡਾ ਹੈ ਜਿਹੜਾ ਹਰ ਐਡਲਟ 'ਤੇ ਇਹ ਰੋਜ਼ੇ ਫਰਜ਼ ਹੁੰਦੇ ਨੇ, ਸਿਵਾਏ ਇਹਦੇ ਕਿ ਕੋਈ ਬਿਮਾਰ ਹੈ ਜਾਂ ਔਰਤ ਹੈ ਜਿਹੜੀ ਪ੍ਰੈਗਨੈਂਟ ਹੈ ਜਾਂ ਉਹ ਛੋਟੇ ਬੱਚੇ ਨੂੰ ਕੋਈ ਮਾਂ ਹੈ ਦੁੱਧ ਪਿਲਾਉਂਦੀ ਹੈ ਜਾਂ ਐਸੀ ਕੋਈ ਸੂਰਤ ਹਾਲ ਹੁੰਦੀ ਹੈ ਤੇ ਉਹਦੇ ਵਿੱਚ ਉਹਨੂੰ ਰੋਜ਼ਾ ਉਹਨੂੰ ਇਹਦੇ 'ਚ ਛੂਟ ਹੈ। ਔਰ ਇਸ ਤਰ੍ਹਾਂ ਹਾਮਲਾ ਔਰਤਾਂ ਨੇ ਉਹਨਾਂ ਨੂੰ ਵੀ ਉਹ ਵੀ ਰੋਜ਼ਾ ਰੱਖਣ 'ਚ ਇਹਨਾਂ ਨੂੰ ਐਕਸੈਪਸ਼ਨ ਹੈ। ਔਰ ਇਸੇ ਤਰ੍ਹਾਂ ਬਹੁਤ ਜਿਹੜਾ ਮੁਸਾਫਿਰ ਹੈ ਜਾਂ ਬਿਮਾਰ ਆਦਮੀ ਹੈ ਉਹਨੂੰ ਵੀ ਹੈ ਕਿ ਉਹ ਫਰਜ਼ ਰੋਜ਼ੇ ਇਸ ਮਹੀਨੇ 'ਚ ਬੇਸ਼ੱਕ ਨਾ ਰੱਖੇ, ਲੇਕਿਨ ਜਦੋਂ ਉਹਦੀ ਉਹਨੂੰ ਖੁਦਾ ਉਹਨੂੰ ਸਿਹਤ ਦੇਵੇ ਤੇ ਉਹਦੇ ਨਾਲ ਹੀ ਫਿਰ ਉਹ ਰੋਜ਼ੇ ਉਸ ਟਾਈਮ ਫਿਰ ਉਹ ਸ਼ੁਰੂ ਕਰ ਸਕਦਾ ਹੈ। ਤੇ ਇਹਦੇ ਵਿੱਚ ਤੁਸੀਂ ਤੇ ਕਈ ਆਪਣੇ ਜਿਹੜੇ ਮੈਂ ਕਹਿ ਸਕਦੀ ਹਾਂ ਕਿ ਕੁਝ ਹੋਣਗੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਦੇ ਹੋ, ਰਿਸਟ੍ਰਿਕਸ਼ਨਸ ਹੋਣਗੀਆਂ ਜਿਹਨੂੰ ਫੋਲੋ ਕਰ ਰਹੇ ਹੋ। ਹਾਂਜੀ ਜੀ ਬਿਲਕੁਲ। ਇਹ ਜਿਹੜਾ ਰੋਜ਼ਾ ਅਸੀਂ ਜਿਸ ਤਰ੍ਹਾਂ ਹੀ ਜਿਹੜਾ ਸੂਰਜ ਸੁਬਾਹ ਸਵੇਰੇ ਅਸੀਂ ਇਹਨੂੰ ਸ਼ੁਰੂ ਕਰਨੇ ਹੈ ਔਰ ਇਹ ਲੂਨਰ ਕੈਲੰਡਰ ਦੇ ਨਾਲ ਇਹਦਾ ਤਾਲੁਕ ਹੈ, ਇਸ ਲਈ ਇਸ ਰਮਜ਼ਾਨ ਹੈ। ਇਸਲਾਮੀ ਰੋਜ਼ਾ ਜਿਹੜਾ ਸੁਬਾਹ ਸੂਰਜ ਨਿਕਲਣ ਦੇ ਨਾਲ ਹੀ ਤਕਰੀਬਨ 1 ਘੰਟਾ ਸੂਰਜ ਨਿਕਲਣ ਤੋਂ ਪਹਿਲੇ ਜਸਟ ਬਿਫੋਰ ਡਾਨ ਇਹ ਅਸੀਂ ਸਟਾਰਟ ਕਰਨੇ ਹੈ। ਔਰ ਸਾਰਾ ਦਿਨ ਤੁਸੀਂ ਫਿਰ ਕੁਝ ਖਾਣਾ ਪੀਣਾ ਨਹੀਂ ਹੁੰਦਾ, ਨਾ ਕੋਈ ਪਾਣੀ ਨਾ ਕੋਈ ਵੀ ਚੀਜ਼ ਤੁਸੀਂ ਖਾ ਨਹੀਂ ਸਕਦੇ। ਔਰ ਉਹਦੇ ਬਾਅਦ ਜਦੋਂ ਸੂਰਜ ਯਾਨੀ 10 ਦਾ ਟਾਈਮ ਹੋ ਜਾਂਦਾ ਹੈ ਉਦੋਂ ਤੁਸੀਂ ਫਿਰ ਇਹਨੂੰ ਬ੍ਰੇਕ ਕਰਦੇ ਹੋ। ਔਰ ਹਰ ਮੁਸਲਮਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਖਜੂਰ ਦੇ ਨਾਲ ਜਾਂ ਪਾਣੀ ਦੇ ਨਾਲ ਇਹਨੂੰ ਬ੍ਰੇਕ ਕਰੇ, ਕਿਉਂਕਿ ਇਹੀ ਸਾਡੇ ਜਿਹੜਾ ਰਸੂਲ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਮੁਹੰਮਦ ਸਾਹਿਬ ਉਹ ਕਿਉਂਕਿ ਉਹਨਾਂ ਦੀ ਸੁਨਨਤ ਹੈ ਕਿ ਉਹ ਇਹਦੇ ਨਾਲ ਹੀ ਉਹ ਰੋਜ਼ਾ ਖੋਲ੍ਹਦੇ ਸੀ ਤੇ ਹਰ ਮੁਸਲਮਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਰੋਜ਼ਾ ਵੀ ਖਜੂਰ ਔਰ ਪਾਣੀ ਦੇ ਨਾਲ ਹੀ ਖੋਲੇ। ਪਰ ਹੁਣ ਕਰੋਨਾ ਵਾਇਰਸ ਕਰਕੇ ਕਾਫੀ ਜ਼ਿਆਦਾ ਮੁਸ਼ਕਿਲ ਵੀ ਹੋ ਸਕਦਾ ਹੈ ਜਾਂ ਰਿਸਟ੍ਰਿਕਸ਼ਨਸ ਵੀ ਨੇ। ਤੁਹਾਨੂੰ ਲੱਗ ਰਿਹਾ ਕਿ ਕਰੋਨਾ ਵਾਇਰਸ ਕਰਕੇ ਕੁਝ ਡਿਫਰੈਂਟ ਹੋ ਰਿਹਾ ਇਸ ਵਾਰ? ਦੇਖੋ ਜਿਹੜਾ ਜਦੋਂ ਰਮਜ਼ਾਨ ਹੁੰਦਾ ਹੈ ਤੇ ਹਰ ਮੁਸਲਮਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਮਸਜਿਦ ਜਾ ਕੇ, ਜਿਸ ਤਰ੍ਹਾਂ ਗੁਰਦੁਆਰੇ ਜਾਈਦਾ ਹੈ ਜਾਂ ਮੰਦਿਰ ਜਾਈਦਾ ਹੈ ਜਾਂ ਤੁਸੀਂ ਚਰਚ ਜਾਂਦੇ ਹੋ। ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੋਂ ਵੀ ਈਸਟਰ ਦੀ ਤਕਰੀਬਾਤ ਸੀ, ਬਹੁਤ ਲੋਕ ਉਹਨੂੰ ਸੈਲੀਬ੍ਰੇਟ ਕਰਦੇ ਨੇ, ਲੇਕਿਨ ਇਹਦੇ ਵਜ੍ਹਾ ਨਾਲ ਉਹ ਨਹੀਂ ਜਾ ਸਕੇ। ਇਹੀ ਵਜ੍ਹਾ ਹੈ ਇਸ ਟਾਈਮ ਰਮਜ਼ਾਨ 'ਚ ਵੀ ਕਿ ਕਿਉਂਕਿ ਰਿਸਟ੍ਰਿਕਸ਼ਨ ਨੇ ਔਰ ਇਹਦਾ ਖਤਰਾ ਹੈ ਕਿ ਇੱਕ ਦੂਸਰੇ ਨੂੰ ਇਹ ਵਾਇਰਸ ਲੱਗ ਨਾ ਜਾਏ, ਇਸ ਲਈ ਕੋਸ਼ਿਸ਼ ਮੰਦਿਰਾਂ ਦੇ ਵਿੱਚ ਜਾ ਕੇ ਐਸੀ ਇਬਾਦਤ ਨਾ ਕੀਤੀ ਜਾਏ। ਔਰ ਇਹੀ ਇੰਸਟਰਕਸ਼ਨ ਹੈ ਸਾਰਿਆਂ ਨੂੰ ਕਿ ਘਰ 'ਚ ਤੁਸੀਂ ਬੈਠ ਕੇ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਰਮਜ਼ਾਨ ਦੇ ਨਾਲ ਜਿਹੜੀ ਇਬਾਦਤ ਤਾਲੁਕ ਰੱਖਦੀਆਂ ਨੇ ਤੁਸੀਂ ਘਰ 'ਚ ਬੈਠ ਕੇ ਕਰੋ। ਲੇਕਿਨ ਇਹਦਾ ਇਫੈਕਟ ਤੇ ਬਹੁਤ ਹੈ ਕਿ
ਤੁਸੀਂ ਦੇਖਿਆ ਹੋਵੇਗਾ ਕਿ ਰਮਜ਼ਾਨ ਦੇ ਨਾਲ ਲੋਕਾਂ ਦੀ ਬਹੁਤ ਸਾਰੇ ਇਸ ਤਰ੍ਹਾਂ ਦੀ ਲਗਾਓ ਹੈ। ਲੋਕ ਇਹਦਾ ਸ਼ੌਕ ਰੱਖਦੇ ਨੇ ਕਿ ਇਸ ਮਹੀਨੇ 'ਚ ਆ ਕੇ ਜ਼ਿਆਦਾ ਤੋਂ ਜ਼ਿਆਦਾ ਇਬਾਦਤ ਕੀਤੀ ਜਾਣ, ਆਪਣੇ ਖੁਦਾ ਨੂੰ ਰਾਜ਼ੀ ਕੀਤਾ ਜਾਵੇ। ਔਰ ਇਹੀ ਵਜ੍ਹਾ ਹੈ ਕਿ ਲੋਕਾਂ ਨੂੰ ਇਹ ਚੀਜ਼ ਮਹਿਸੂਸ ਤਾਂ ਹੋ ਰਹੀ ਹੈ, ਕਮੀ ਤਾਂ ਮਹਿਸੂਸ ਹੋ ਰਹੀ ਹੈ, ਲੇਕਿਨ ਇਹ ਸਾਡੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਕਿ ਅਗਰ ਅੰਦਰ ਦੀ ਸਿਹਤ ਹੈ ਤੇ ਸਭ ਕੁਝ ਹੈ। ਤੇ ਇਸ ਵਜ੍ਹਾ ਤੋਂ ਕੋਸ਼ਿਸ਼ ਤਮਾਮ ਜਿੰਨੇ ਵੀ ਇਬਾਦਤ ਨੇ ਉਹ ਇਸ ਟਾਈਮ ਘਰ 'ਚ ਬੈਠ ਕੇ ਜਾਂ ਘਰ 'ਚ ਰਹਿ ਕੇ ਕੀਤੀਆਂ ਜਾਣ। ਤੇ ਇਹਦੇ ਨਾਲ ਜਿਵੇਂ ਹੁਣ ਕਈਆਂ ਨੂੰ ਕੁਝ ਕੁਐਸਚਨਸ ਹੁੰਦੇ ਨੇ, ਜਿਵੇਂ ਮਸਜਿਦ 'ਚ ਆਣ ਕੇ ਇਮਾਮ ਨੂੰ ਜਿਸ ਤਰ੍ਹਾਂ ਵੀ ਕੁਐਸਚਨ ਕਰਦੇ ਨੇ, ਤੇ ਅਗਰ ਕਿਸੇ ਨੇ ਨਹੀਂ ਮਸਜਿਦ 'ਚ ਆ ਸਕਦੇ ਔਰ ਫਿਰ ਵੀ ਕੁਝ ਕੁਐਸਚਨਸ ਕਰਨੇ ਚਾਹਣ ਤਾਂ ਕਿਸ ਤਰੀਕੇ ਦੇ ਨਾਲ ਤਾਲੁਕ ਕਰਦੇ ਪਏ? ਇਹ ਇਸ ਟਾਈਮ ਸਾਡੀ ਜਿੰਨੇ ਵੀ ਪ੍ਰੋਗਰਾਮ ਨੇ ਉਹ ਜਿਹੜੇ ਮਸਜਿਦਾਂ 'ਚ ਪਹਿਲਾਂ ਹੁੰਦੇ ਸੀ ਉਹ ਰੁਕੇ ਨਹੀਂ। ਹੁਣ ਉਹ ਜ਼ੂਮ ਦੇ ਜ਼ਰੀਏ ਜਾਂ ਦੂਸਰੇ ਸਕਾਈਪ ਦੇ ਜ਼ਰੀਏ ਸਵੇਰ ਵੀ ਔਰ ਸ਼ਾਮ ਦੇ ਟਾਈਮ ਵੀ ਔਰ ਕਮਿਊਨਿਟੀ ਦੇ ਨਾਲ ਔਰ ਤਮਾਮ ਜਿਹੜੇ ਵੀ ਮੁਸਲਮਾਨ ਜਿਹੜੇ ਤੁਹਾਡੇ ਨਾਲ ਅਟੈਚ ਨੇ ਉਹਨਾਂ ਨਾਲ ਤਾਲੁਕ ਤੇ ਹੈ। ਔਰ ਉਹਦੀ ਵਜ੍ਹਾ ਹੈ ਕਿ ਤੁਸੀਂ ਜਿਹੜੀ ਕੁਝ ਐਸਾ ਸਰਮਨ ਹੁੰਦਾ ਹੈ ਜਿਹੜਾ ਤੁਸੀਂ ਸੁਬਹ ਵੀ ਦਿੰਦੇ ਹੋ ਔਰ ਐਸਾ ਕੁਝ ਐਸੀ ਐਡਵਾਈਸਿਸ ਔਰ ਜਿਹਦਾ ਰਮਜ਼ਾਨ ਦੇ ਨਾਲ ਐਸੀ ਚੀਜ਼ਾਂ ਰਿਲੇਟਡ ਨੇ ਉਹ ਤੁਸੀਂ ਸ਼ਾਮ ਦੇ ਟਾਈਮ ਵੀ ਲੋਕਾਂ ਨੂੰ ਐਜੂਕੇਟ ਕਰਦੇ ਹੋ ਥਰੂ ਇੰਟਰਨੈਟ। ਸੋ ਉਹਨਾਂ ਦਾ ਸਾਡਾ ਤਾਲੁਕ ਟੁੱਟਾ ਨਹੀਂ ਹੈ। ਔਰ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੇ ਬੱਚਿਆਂ ਦੇ ਨਾਲ ਤਾਲੁਕ ਰੱਖਦੀਆਂ ਸੀ, ਜਿਸ ਤਰ੍ਹਾਂ ਬੱਚਿਆਂ ਦੀ ਸੰਡੇ ਕਲਾਸਿਸ ਹੁੰਦੀਆਂ ਨੇ ਜਾਂ ਬਾਜ਼ ਐਸੀ ਐਜੂਕੇਸ਼ਨ ਹੈ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਉਹ ਵੀ ਥਰੂ ਇੰਟਰਨੈਟ ਹੀ ਇਸ तमाम ਜਿਹੜੀ ਐਕਟੀਵਿਟੀਜ਼ ਇਸ ਤਰ੍ਹਾਂ ਹੀ ਹੋ ਰਹੀਆਂ ਨੇ। ਨਹੀਂ ਚਲੋ ਮੈਂ ਇਹ ਅਰਦਾਸ ਕਰਾਂਗੀ ਰੱਬ ਦੇ ਅੱਗੇ ਕਿ ਇਹ ਵੀ ਫਟਾਫਟ ਜੋ ਵੀ ਕਰੋਪ ਆਇਆ ਉਹ ਖਤਮ ਹੋਵੇ ਤੇ ਸਾਰੇ ਆਪਣੇ ਆਪਣੇ ਤਿਉਹਾਰ ਭਾਵੇਂ ਉਹ ਕਿਸੇ ਦਾ ਵੀ ਕਿਉਂ ਨਾ ਹੋਵੇ ਚੰਗੇ ਤਰੀਕੇ ਨਾਲ ਦੁਬਾਰਾ ਉਸ ਤਰ੍ਹਾਂ ਹੀ ਮਨਾਉਣ, ਬੱਚੇ ਵੀ ਦੁਬਾਰਾ ਆਪਣੀਆਂ ਖੁਸ਼ੀਆਂ ਮਾਣਨ। ਔਰ ਇਹੀ ਇੱਕ ਤਰੀਕਾ ਹੁੰਦਾ ਜਦੋਂ ਆਪਣੇ ਬੱਚਿਆਂ ਨੂੰ ਅਸੀਂ ਸਿਖਾ ਸਕਦੇ ਹਾਂ ਕਿ ਕੀ ਆਪਣਾ ਕਲਚਰ ਹੈ ਔਰ ਕਿਹੜੀਆਂ ਸਾਡੀਆਂ ਜੜ੍ਹਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਇਸੇ ਤਰ੍ਹਾਂ ਹੀ ਹੈ। ਅਗਰ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਗੁਰਦੁਆਰੇ ਹੁੰਦੇ ਨੇ, ਛੋਟੇ ਛੋਟੇ ਉਹਨਾਂ ਨੇ ਉਹ ਆ ਕੇ ਉਹ ਦੇਖਦੇ ਨੇ, ਆਪਣੇ ਵੱਡਿਆਂ ਨੂੰ ਦੇਖਦੇ ਨੇ, ਕੁਝ ਸਿੱਖਦੇ ਨੇ। ਇਹੀ ਤਰੀਕਾ ਇਸਲਾਮ 'ਚ ਹੈ ਕਿ ਜਿਹੜੇ ਬੱਚੇ ਹੁੰਦੇ ਨੇ ਔਰ ਆਪਣੇ ਵੱਡਿਆਂ ਨੂੰ ਦੇਖਦੇ ਨੇ, ਉਸੇ ਤਰ੍ਹਾਂ ਇਬਾਦਤ ਕਰਦੇ ਨੇ। ਸਾਡੇ ਇੱਕ ਸਭ ਤੋਂ ਵੱਡੀ ਜਿਹੜੀ ਰਮਜ਼ਾਨ 'ਚ ਤਰਾਵੀ ਦੀ ਨਮਾਜ਼ ਹੁੰਦੀ ਹੈ, ਜਿਹੜੀ ਸ਼ਾਮ ਦੇ ਟਾਈਮ ਤੁਸੀਂ ਰੋਜ਼ਾ ਜਦੋਂ ਬ੍ਰੇਕ ਕਰਦੇ ਹੋ ਉਹਦੇ ਬਾਅਦ ਤੁਸੀਂ ਸ਼ਾਮ ਦੀ ਨਮਾਜ਼ ਪੜ੍ਹਦੇ ਹੋ। ਸ਼ਾਮ ਦੀ ਨਮਾਜ਼ ਦੇ ਬਾਅਦ ਫਿਰ ਇਸ਼ਾ ਦੀ ਨਮਾਜ਼ ਹੁੰਦੀ ਹੈ ਜਿਹੜੀ ਤਕਰੀਬਨ 7:30 ਦੇ ਕਰੀਬ ਉਹ ਅਦਾ ਕੀਤੀ ਜਾਂਦੀ ਹੈ। ਉਹਦੇ ਬਾਅਦ ਇੱਕ ਬਹੁਤ ਵੱਡੀ ਇਬਾਦਤ ਹੈ ਜਿਹੜੀ ਤਰਾਵੀ ਹੈ, ਲੇਕਿਨ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਐਰਕਾਂ ਉਹ ਨਹੀਂ ਹੋ ਰਹੀ। ਔਰ ਲੋਕਾਂ ਨੂੰ ਇਹੀ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ, ਦਰਖਾਸਤ ਕੀਤੀ ਹੈ ਕਿ ਤੁਸੀਂ ਘਰਾਂ 'ਚ ਰਹਿ ਕੇ ਹੀ ਤੁਸੀਂ तमाम ਚੀਜ਼ਾਂ ਅਦਾ ਕਰੋ। ਔਰ ਲੋਕ ਤਾਵਨ ਵੀ ਕਾਫੀ ਕਰ ਰਹੇ ਨੇ ਔਰ ਦੁਆ ਵੀ ਹੈ ਕਿ ਅੱਲਾਹ ਤਾਲਾ ਖੁਦਾ ਕਰੇ ਕਿ ਇਹ तमाम ਚੀਜ਼ਾਂ ਜਲਦ ਅਜ਼ ਜਲਦ ਖਤਮ ਹੋਣ ਔਰ ਜਿਹੜੀ ਲਾਈਫ ਹੈ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਹੋਏ ਔਰ ਇੱਕ ਦੂਸਰੇ ਨਾਲ ਮੇਲ ਮਿਲਾਪ, ਇੱਕ ਦੂਸਰੇ ਨਾਲ ਆਣਾ ਜਾਣਾ ਇਸੇ ਤਰ੍ਹਾਂ ਰਹੇ। ਸਾਡਾ ਤਾਲੁਕ ਅਹਿਮਦੀਆ ਮੁਸਲਿਮ ਜਮਾਤ ਦੇ ਨਾਲ ਹੈ ਔਰ ਸਾਡਾ ਬਹੁਤ ਅੱਛਾ ਇੱਕ ਰਿਲੇਸ਼ਨਸ਼ਿਪ ਹੈ ਗੁਰਦੁਆਰੇ ਨਾਲ। ਮੈਂ ਜਦੋਂ ਐਡਲੇਡ ਵੀ ਸਾਂ ਤੇ ਉੱਥੇ ਵੀ ਉਹ ਵੀ ਸਾਰੀ ਤਕਰੀਬਾਤ 'ਚ ਉਸੇ ਤਰ੍ਹਾਂ ਸ਼ਾਮਲ ਹੁੰਦੇ ਸੀ, ਬੜਾ ਅੱਛਾ ਲੱਗਦਾ ਸੀ। ਔਰ ਅਸੀਂ ਵੀ ਉਹਨਾਂ ਦੀ ਤਕਰੀਬਾਤ 'ਚ ਉਸੇ ਤਰ੍ਹਾਂ ਸ਼ਾਮਲ ਹੁੰਦੇ ਸਾਂ। ਇੱਥੇ ਵੀ ਜਦੋਂ ਆ ਕੇ ਪਿਛਲੇ ਦਿਨੋਂ ਜਦੋਂ ਬਾਬਾ ਜੀ ਦੀ ਜਿਹੜੀ ਬਰਸੀ ਮਨਾਈ ਗਈ, ਉਹਨਾਂ ਦਾ ਜਨਮ ਦਿਨ, ਔਰ ਉਸ ਸਿਲਸਿਲੇ 'ਚ ਵੀ ਜਿੰਨੀ ਵੀ ਤਕਰੀਬਾਤ ਹੋਈਆਂ ਸੀ ਅਸੀਂ ਸਾਰਿਆਂ 'ਚ ਫਿਰ ਅਸੀਂ ਸ਼ਾਮਿਲ ਹੋਏ। ਨਹੀਂ ਹੈ ਤੇ ਇੱਕ ਬੜੀ ਵੱਡੀ ਤੁਸੀਂ ਚੀਜ਼ ਕਹਿ ਦਿੱਤੀ ਹੈ ਕਿ ਇੱਕ ਜਿਹੜੀ ਆਪਣੇ ਭੈਣ ਭਰਾਵਾਂ ਦੇ ਵਿੱਚ ਜਿਹੜਾ ਪਿਆਰ ਹੈ ਨਾ ਉਹ ਇਸੇ ਤਰ੍ਹਾਂ ਹੀ ਬਣਦਾ ਹੈ ਔਰ ਇਸੇ ਤਰ੍ਹਾਂ ਹੀ ਵੇਖਣ ਨੂੰ ਮਿਲਦਾ ਹੈ। ਔਰ ਅਸੀਂ ਵੀ ਖੁਦ ਤੁਹਾਡੇ ਰਿਲੀਜਨ ਦੇ ਬਾਰੇ ਵਿੱਚ ਜਿੰਨਾ ਵੀ ਜਾਣਿਆ ਉਹ ਆਸਟ੍ਰੇਲੀਆ ਆਣ ਕੇ ਹੀ ਜਾਣ ਪਾਏ ਆ ਔਰ ਅੱਗੇ ਵੀ ਜਾਣਦੇ ਰਵਾਂਗੇ। ਔਰ ਬਹੁਤ ਅੱਛਾ ਲੱਗਦਾ ਹੈ, ਬਹੁਤ ਸਾਰੀਆਂ ਸਿਮਿਲੈਰਿਟੀਜ਼ ਵੀ ਆਉਂਦੀਆਂ ਨੇ ਭਾਵੇਂ ਰਿਲੀਜਨ ਕੁਝ ਵੀ ਹੈ। ਐਟ ਦੀ ਐਂਡ ਸਾਰੇ ਇੱਕੋ ਹੀ ਦੱਸਦੇ ਨੇ ਕਿ ਹਿਊਮੈਨਿਟੀ ਦੀ ਸੇਵਾ ਕਰਨੀ ਹੈ ਭਾਵੇਂ ਉਹ ਕੋਈ ਵੀ ਕਿਉਂ ਨਾ ਹੋ। ਬਿਲਕੁਲ ਠੀਕ ਪਰ ਮੈਂ ਬੜਾ ਅੱਛਾ ਲੱਗਦਾ, ਇਦਾਂ ਲੱਗਦਾ ਜਿੱਦਾਂ ਅਸੀਂ ਆਪਣੇ ਪਰਿਵਾਰ 'ਚ ਆ ਗਏ ਹਾਂ ਔਰ ਕੋਈ ਕਲਚਰ ਦਾ ਕੋਈ ਫਰਕ ਨਹੀਂ ਹੈ ਉਹਦੇ ਵਿੱਚ, ਨਾ ਇਸਲਾਮ ਨਾ ਸਿੱਖ ਨਾ ਉਹ तमाम ਚੀਜ਼ਾਂ ਇਸ ਤਰ੍ਹਾਂ ਲੱਗਦੀਆਂ ਨੇ ਜਿਸ ਤਰ੍ਹਾਂ ਅਸੀਂ ਇੱਕ ਆਪਣੀ ਫੈਮਿਲੀ 'ਚ ਹੀ ਹੈ। ਔਰ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਇਬਾਦਤ ਕਰ ਰਿਹਾ ਹੁੰਦਾ ਹੈ, ਆਪਣੇ ਖੁਦਾ ਨੂੰ ਮਨਾ ਰਿਹਾ ਹੁੰਦਾ ਹੈ, ਉਹਨੂੰ ਰਾਜ਼ੀ ਕਰ ਰਿਹਾ ਹੁੰਦਾ ਹੈ। ਬਸ ਇਹ ਦੁਆ ਹੈ ਕਿ ਜਿੱਥੇ ਵੀ ਹੋਈਏ ਸਾਡਾ ਖੁਦਾ ਸਾਡੇ ਤੋਂ ਰਾਜ਼ੀ ਰਵੇ। ਔਰ ਇਸ ਟਾਈਮ ਜਿਹੜੇ ਮੁਸ਼ਕਿਲ ਹਾਲਾਤ ਦੁਨੀਆ ਤੇ ਆਏ ਨੇ, ਅੱਲਾਹ ਕਰੇ ਕਿ ਉਹ तमाम ਚੀਜ਼ਾਂ ਦੁਨੀਆ ਤੋਂ ਖਤਮ ਹੋਣ ਔਰ ਫਿਰ ਉਸੇ ਤਰ੍ਹਾਂ ਐਕਟੀਵਿਟੀਜ਼ ਦੁਬਾਰਾ ਸ਼ੁਰੂ ਹੋਣ। ਬਿਲਕੁਲ ਸਹੀ।
ਔਰ ਇਹਦੇ ਨਾਲ ਹੀ ਮੈਂ ਗਗਨ ਬਮਰਾ, ਪੀਟੀਸੀ ਨਿਊਜ਼ ਮੈਲਬਨ ਤੋਂ।